ਵੈਲਕਮ ਬੈਕ। ਮੈਂ ਮਨਵੀਰ ਕੌਰ। ਕੱਲ ਦੀ ਵੀਡੀਓ ਰਿਪੋਰਟ ਜਗਜੀਤ ਸਿੰਘ ਚੌਹਾਨ ਦੇ ਰਿਪਬਲਿਕ ਆਫ ਖਾਲਿਸਤਾਨ ਤੇ ਬੇਸ ਸੀ। ਉਹਦਾ ਹੀ ਦੂਸਰਾ ਪਾਰਟ ਲੈ ਕੇ ਅੱਜ ਮੈਂ ਨਵੀਂ ਵੀਡੀਓ ਨਾਲ ਹਾਜ਼ਰ ਹਾਂ। ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਾਂਗੀ ਕਿ ਜਗਜੀਤ ਸਿੰਘ ਚੌਹਾਨ ਦਾ ਖਾਲਿਸਤਾਨ ਉਹਦੇ ਪਿਛਲੀ ਮੋਟੀਵੇਸ਼ਨ ਕਿਹਦੀ ਸੀ, ਜਾਂ ਉਹ ਰਿਪਬਲਿਕ ਆਫ ਖਾਲਿਸਤਾਨ ਬਾਕਾਇਦਾ ਗਵਰਨਮੈਂਟ ਇਨ ਐਗਜ਼ਾਈਲ ਚਲਾਉਣਾ, ਪਾਸਪੋਰਟ ਬਣਾਉਣੇ, ਕਰੰਸੀਆਂ ਬਣਾਉਣੀਆਂ ਔਰ ਹਰ ਇੱਕ ਪੋਸੀਬਲ ਸਟੰਟ ਖੇਡਣਾ, ਉਹਦੇ ਪਿੱਛੇ ਕਿਹਦਾ ਆਈਡੀਆ ਹੋ ਸਕਦਾ, ਉਹਦੇ ਪਿਛਲੇ ਮਾਸਟਰਮਾਈਂਡ ਕੌਣ ਹੋ ਸਕਦੇ ਨੇ। ਕਿਉਂਕਿ ਬਹੁਤ ਵੱਡੀ ਮਨੀ ਗੇਮ ਵੀ ਇਨਵੋਲਵ ਸੀਗੀ। ਬਿਨਾਂ ਪੈਸੇ ਦੀ ਸਪੋਰਟ ਤੋਂ ਐਡਾ ਵੱਡਾ ਕੰਮ ਨਹੀਂ ਸੀ ਹੋ ਸਕਦਾ। ਤਾਂ ਉਹਦੇ ਪਿੱਛੇ ਜਗਜੀਤ ਸਿੰਘ ਚੌਹਾਨ ਦੇ ਪਿੱਛੇ ਕੌਣ ਉਹ ਤਾਕਤਾਂ ਹੋ ਸਕਦੀਆਂ ਨੇ ਜਿਨ੍ਹਾਂ ਨੇ ਜਿਹੜਾ ਸਿੱਖ ਇਸ਼ੂ ਆ, ਇੱਕ ਜਿਹੜਾ ਖਾਲਿਸਤਾਨ ਦਾ ਇਸ਼ੂ ਹੈ, ਇੱਕ ਸਿੱਖ ਹੋਮਲੈਂਡ ਦਾ ਜੋ 1947 ਤੋਂ ਪਹਿਲਾਂ ਦਾ ਚੱਲਿਆ ਆ ਰਿਹਾ, ਔਰ ਉਸ ਇਸ਼ੂ ਨੂੰ ਇੱਕ ਤਰ੍ਹਾਂ ਦੇ ਨਾਲ ਕਿਲ ਕਰ ਦਿੱਤਾ, ਉਹਨੂੰ ਸਾਬੋਟਾਜ ਕਰ ਦਿੱਤਾ। ਬਹੁਤ ਹਾਸੋਹੀਣਾ ਪ੍ਰੋਜੈਕਟ ਸੀ ਰਿਪਬਲਿਕ ਆਫ ਖਾਲਿਸਤਾਨ ਜੋ ਜਗਜੀਤ ਸਿੰਘ ਚੌਹਾਨ ਦਾ ਸੀ। ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਸੀਂ ਕਾਫੀ ਹੱਦ ਤੱਕ ਅੰਡਰਸਟੈਂਡ ਕਰ ਗਏ ਹੋਵੋਗੇ। ਜਗਜੀਤ ਸਿੰਘ ਚੌਹਾਨ ਦਾ ਖਾਲਿਸਤਾਨ 1970 ਦੇ ਵਿੱਚ ਸ਼ੁਰੂ ਹੋ ਕੇ 1980 ਦੇ ਦੌਰ ਤੱਕ ਰਹਿੰਦਾ ਹੈ, ਜਦੋਂ ਉਹ ਆਪਣੀ ਇੱਕ ਗਵਰਨਮੈਂਟ ਇਨ ਐਗਜ਼ਾਈਲ ਜਿਹੜੀ ਹੈ, ਐਕਵਾਡਰ ਦਾ ਨਾਮ ਲੈ ਕੇ ਕਿ ਉੱਥੇ ਉਹ ਐਮਬੈਸੀ ਸਥਾਪਿਤ ਕਰ ਚੁੱਕੇ ਨੇ, ਇੱਕ ਆਪਣੇ ਬਾਕਾਇਦਾ ਪ੍ਰਾਈਮ ਮਿਨਿਸਟਰ ਐਂਡ ਪੂਰੀ ਕੈਬਨਿਟ ਤੈਅ ਕਰਦੇ ਨੇ। ਉਸ ਤੋਂ ਬਾਅਦ ਸਾਲ 2001 ਦੇ ਵਿੱਚ ਜਗਜੀਤ ਸਿੰਘ ਚੌਹਾਨ ਇੰਡੀਆ ਵਾਪਿਸ ਪਰਤਦੇ ਨੇ। ਮਤਲਬ ਕਿ ਗਣਤੰਤਰ ਆਫ ਖਾਲਿਸਤਾਨ, ਰਿਪਬਲਿਕ ਆਫ ਖਾਲਿਸਤਾਨ ਦੇ ਰਾਸ਼ਟਰਪਤੀ ਜਗਜੀਤ ਸਿੰਘ ਚੌਹਾਨ 2001 ਦੇ ਵਿੱਚ ਆਪਣੇ ਵਤਨ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਵਾਪਿਸ ਪਰਤਦੇ ਨੇ। ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਹੁੰਦੀ ਹੈ ਔਰ ਉਹਨਾਂ ਵੱਲੋਂ ਪਾਰਡਨ ਦਿੱਤੀ ਜਾਂਦੀ ਆ। ਹੋਰ ਜੋ ਲੋਕ 200 ਦੇ ਕਰੀਬ ਲੋਕ ਹੁੰਦੇ ਨੇ ਜਿਨ੍ਹਾਂ ਦੀਆਂ ਭਾਰਤੀ ਸਟੇਟ ਦੀ ਪਰਿਭਾਸ਼ਾ ਦੇ ਅਕੋਰਡਿੰਗਲੀ ਐਂਟੀ ਨੈਸ਼ਨਲ ਗਤੀਵਿਧੀਆਂ ਹੁੰਦੀਆਂ ਨੇ, ਔਰ ਜਗਜੀਤ ਸਿੰਘ ਚੌਹਾਨ ਇੰਡੀਆ ਆਉਂਦੇ ਨੇ ਔਰ 2007 ਦੇ ਕਰੀਬ ਆ ਕੇ ਉਹਨਾਂ ਦੀ ਮੌਤ ਹੁੰਦੀ ਹੈ, ਨੈਚੁਰਲ ਡੈਥ ਹੁੰਦੀ ਹੈ ਉਹਨਾਂ ਦੀ, ਔਰ ਆਪਣੇ ਸ਼ਹਿਰ ਵਾਪਿਸ ਟਾਂਡਾ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ। ਜਗਜੀਤ ਸਿੰਘ ਚੌਹਾਨ ਦੇ ਖਾਲਿਸਤਾਨ ਦੇ ਪਿੱਛੇ ਬਹੁਤ ਤਰ੍ਹਾਂ ਦੀਆਂ ਥਿਊਰੀਜ਼ ਨੇ ਕਿ ਉਹਨਾਂ ਦੇ ਪਿੱਛੇ ਕੌਣ ਸੀ। ਕੋਈ ਕਹਿੰਦਾ ਹੈ ਕਿ ਭਾਰਤੀ ਸਟੇਟ ਦੀ ਏਜੰਸੀ ਵੱਲੋਂ ਕਰਵਾਇਆ ਗਿਆ ਕਾਰਾ ਸੀ। ਦੂਸਰਾ ਕਹਿੰਦਾ ਹੈ ਕਿ ISI ਪਾਕਿਸਤਾਨ ਔਰ CIA ਮਤਲਬ ਅਮਰੀਕਾ, ਉਹਨਾਂ ਦੋਨਾਂ ਦਾ ਜਿਹੜਾ ਇੱਕ ਦੂਜੇ ਨਾਲ ਫਰੈਂਡਸ਼ਿਪ ਸੀ, ਉਹਦੇ ਵਿੱਚ ਜਗਜੀਤ ਸਿੰਘ ਚੌਹਾਨ ਨੂੰ ਵਰਤਿਆ ਗਿਆ ਤਾਂ ਕਿ ਇੰਡੀਆ ਦੇ ਵਿੱਚ ਡਿਸਟਰਬੈਂਸਸ ਪੈਦਾ ਕੀਤੀਆਂ ਜਾਣ। ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹੀ ਐਂਗਲਸ ਨੂੰ ਐਕਸਪਲੋਰ ਕਰਾਂਗੇ। ਸਭ ਤੋਂ ਪਹਿਲਾਂ ਮੈਂ ਇਸੇ ਐਂਗਲ ਤੋਂ ਗੱਲ ਕਰਾਂਗੀ ਜੋ GBS ਸਿੱਧੂ ਨੇ ਆਪਣੀ ਕਿਤਾਬ ਖਾਲਿਸਤਾਨ ਕੰਸਪਾਇਰੇਸੀ ਦੇ ਵਿੱਚ ਲਿਖਿਆ ਹੈ। ਜਿਹੜਾ ਐਂਗਲ ਇਹ ਕਹਿੰਦਾ ਹੈ ਕਿ ਜਿਹੜਾ ਇੱਕ ਵੱਡਾ ਤਬਕਾ ਆਪਣੇ ਸਿੱਖਾਂ ਦੇ ਵਿੱਚ ਇਹ ਸੋਚਦਾ ਹੈ ਕਿ ਜਗਜੀਤ ਸਿੰਘ ਚੌਹਾਨ ਉਹ ਸੀ ਜਿਹਨੂੰ ਭਾਰਤੀ ਸਟੇਟ ਦੀਆਂ ਏਜੰਸੀਆਂ ਨੇ ਪਲਾਂਟ ਕੀਤਾ ਹੋਇਆ ਸੀ ਤਾਂ ਕਿ ਸਿੱਖ ਇਸ਼ੂਜ਼ ਨੂੰ, ਉਸ ਸਮੇਂ ਦੇ ਸਿੱਖ ਇਸ਼ੂਜ਼ ਨਹੀਂ ਸੀ ਖਾਸ ਤੌਰ ਤੇ ਕੋਈ, ਉਸ ਸਮੇਂ ਅਕਾਲੀ ਦਲ ਦੇ ਇਸ਼ੂ ਸੀ, ਕਿਉਂਕਿ ਅਕਾਲੀ ਦਲ ਇੱਕ ਬਹੁਤ ਸਟਰੋਂਗ ਧਿਰ ਸੀ ਜਿਹਨੇ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਵਰਗਾ ਮਤਾ ਬਣਾਇਆ, ਜਿਸ ਮਤੇ ਦਾ ਕੰਮ ਇਹ ਸੀਗਾ, ਜਾਂ ਜਿਸ ਮਤੇ ਦਾ ਸੈਂਟਰਲ ਆਈਡੀਆ ਇਹ ਸੀਗਾ ਕਿ ਭਾਰਤੀ ਸਟੇਟ ਦੇ ਵਿੱਚ ਜਿਹੜੇ ਰਾਜ ਨੇ ਉਹਨਾਂ ਰਾਜਾਂ ਨੂੰ ਵੱਧ ਤੋਂ ਵੱਧ ਅਧਿਕਾਰ ਮਿਲਣ। ਉਹਦਾ ਮਤਲਬ ਅਗਰ ਉਹ ਉਸ ਅਨੰਦਪੁਰ ਸਾਹਿਬ ਦੇ ਮਤੇ ਦੇ ਲਈ ਸੰਘਰਸ਼ ਅਕਾਲੀ ਦਲ ਅੱਗੇ ਕੰਟੀਨਿਊ ਰੱਖਦਾ ਤਾਂ ਸ਼ਾਇਦ ਇੰਡੀਆ ਦੇ ਵਿੱਚ ਵੀ ਉਹ ਫੈਡਰਲਿਜ਼ਮ ਦਾ ਅਸਲੀ ਫੈਡਰਲਿਜ਼ਮ ਜਿਹੜਾ ਸੀ ਉਹ ਲਾਗੂ ਹੋ ਸਕਦਾ ਸੀ, ਔਰ ਉਹਦੇ ਨਾਲ ਜਿਹੜੀਆਂ ਅੱਜ ਤਾਕਤਾਂ ਸਿਰਫ ਸੈਂਟਰ ਦੇ ਕੋਲ ਹੈ, ਸਭ ਤੋਂ ਵੱਧ ਤਾਕਤਾਂ ਜਿਹੜੀਆਂ ਸੈਂਟਰਲਾਈਜ਼ਡ ਇਨ ਦਿੱਲੀ ਹੈ, ਉਹ ਡਿਸਪਰਸ ਹੋਣੀਆਂ ਸੀ ਔਰ ਰਾਜਾਂ ਨੂੰ ਵੀ ਵੱਧ ਅਧਿਕਾਰ ਮਿਲਣੇ ਸੀ। ਸਿਰਫ 3 ਜਾਂ 4 ਡਿਪਾਰਟਮੈਂਟ ਸੀ ਜਿਹੜੇ ਪੈਸੇ ਨਾਲ ਜੁੜੇ ਸੀ, ਡਿਫੈਂਸ ਨਾਲ ਜੁੜੇ ਸੀ ਔਰ ਫੋਰਨ ਮਿਨਿਸਟਰੀ ਨਾਲ ਜੁੜੇ ਸੀ। ਉਹੀ ਡਿਪਾਰਟਮੈਂਟ ਸੈਂਟਰ ਦੇ ਕੋਲ ਰਹਿਣੇ ਸੀ, ਦਿੱਲੀ ਦੀ ਕੇਂਦਰ ਸਰਕਾਰ ਕੋਲ ਰਹਿਣੇ ਸੀ। ਬਾਕੀ ਦੇ ਸਾਰੇ ਰਾਈਟ ਜਿਹੜੇ ਸੀ ਉਹ ਰਾਜਾਂ ਨੂੰ ਮਿਲਣੇ ਇੱਕ ਤਰ੍ਹਾਂ ਦੇ ਨਾਲ ਪੋਸੀਬਲ ਹੋ ਸਕਦੇ ਸੀ ਅਗਰ ਅਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਅਕਾਲੀ ਦਲ ਨੇ ਬਹੁਤ ਦਿਲ ਲਗਾ ਕੇ ਕੰਮ ਕੀਤਾ ਹੁੰਦਾ। ਲੇਕਿਨ ਅਕਾਲੀ ਦਲ ਦੇ ਮਤਾ ਇੱਕ ਬਹੁਤ ਵੱਡੀ ਪ੍ਰੋਬਲਮ ਭਾਰਤ ਸਰਕਾਰ ਲਈ ਹੋ ਸਕਦਾ ਸੀ, ਔਰ ਇਸ ਕਰਕੇ ਕਿਹਾ ਜਾਂਦਾ ਹੈ, ਇੱਕ ਥਿਊਰੀ ਇਹ ਵੀ ਕਹਿੰਦੀ ਹੈ ਕਿ ਇਸ ਅਕਾਲੀ ਦਲ ਨੂੰ ਸਾਬੋਟਾਜ ਕਰਨ ਦੇ ਲਈ ਜਗਜੀਤ ਸਿੰਘ ਚੌਹਾਨ ਵਰਗੇ ਲੀਡਰਸ ਨੂੰ ਥਾਪੜਾ ਦਿੱਤਾ ਗਿਆ ਕਿ ਤੁਸੀਂ ਜਾ ਕੇ ਇੱਕ ਐਦਾਂ ਦਾ ਆਈਡੀਆ ਜਿਹੜਾ ਵਿਦੇਸ਼ਾਂ ਦੇ ਵਿੱਚ ਚਲਾਓ ਜਿਹਦੇ ਨਾਲ ਖਾਲਿਸਤਾਨ ਵਰਗਾ ਕਨਸੈਪਟ ਜਿਹੜਾ ਹੈ ਉਹ ਗਲੋਬਲਾਈਜ਼ ਵਿਸ਼ਵ ਪੱਧਰ ਤੇ ਪਹੁੰਚੇ, ਤਾਂ ਕਿ ਕੱਲ੍ਹ ਨੂੰ ਕੋਈ ਵੀ ਐਕਸ਼ਨ ਅਕਾਲੀ ਦਲ ਤੇ ਹੁੰਦਾ ਆ ਤਾਂ ਉਹਨੂੰ ਜਸਟੀਫਾਈ ਕਰ ਸਕੇ ਭਾਰਤ ਦੀ ਸਰਕਾਰ। ਭਾਰਤ ਦੀਆਂ ਇੰਟੈਲੀਜੈਂਸ ਸਰਵਿਸਿਜ਼ ਦੇ ਵਿੱਚ ਬਹੁਤ ਉੱਚੇ ਅਹੁਦਿਆਂ ਤੇ ਰਹੇ GBS ਸਿੱਧੂ ਵੱਲੋਂ ਜੋ ਕਿਤਾਬ ਬਾਅਦ ਵਿੱਚ ਲਿਖੀ ਗਈ ਹੈ ਖਾਲਿਸਤਾਨ ਕੰਸਪਾਇਰੇਸੀ, ਉਹਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਜਾਂ ਪੱਖ ਨੇ ਜਿਹੜੇ ਉਹ ਆਪਣੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਡੀਕਲਾਸੀਫਾਈ ਕੀਤਾ ਉਹਨਾਂ ਫੈਕਟਸ ਨੂੰ ਜਿਹੜੇ ਰॉ ਦੇ ਔਰ ਇੰਟੈਲੀਜੈਂਸ ਬਿਊਰੋ ਦੇ ਸੀ। ਕੈਨੇਡਾ ਦੇ ਵਿੱਚ ਖੁਦ ਤਾਇਨਾਤ ਰਹੇ GBS ਸਿੱਧੂ, ਔਰ ਉਹਨਾਂ ਨੇ ਜੋ ਕਿਤਾਬ ਦੇ ਵਿੱਚ ਲਿਖਿਆ ਉਸ ਕਿਤਾਬ ਦੇ ਵਿੱਚ ਸਾਫ਼ ਨਜ਼ਰ ਆਉਂਦਾ ਜੋ ਉਹਨਾਂ ਨੇ ਲਿਖਿਆ ਕਿ ਖਾਲਿਸਤਾਨ ਕਾਉਂਸਿਲ ਜਿਹੜੀ ਜਗਜੀਤ ਸਿੰਘ ਚੌਹਾਨ ਦੁਆਰਾ ਬਣਾਈ ਗਈ ਸੀ, ਉਹਦੀ ਜਿਹੜੀ ਕਾਉਂਸਿਲ ਦਾ ਇੱਕ ਵਿੰਗ ਜਿਹੜਾ ਕੈਨੇਡਾ ਦੇ ਵਿੱਚ ਸੀ, ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ ਕੁਲਦੀਪ ਸਿੰਘ ਸੋਢੀ,
ਉਹ ਖੁਦ ਰॉ ਦੇ ਅਧਿਕਾਰੀਆਂ ਨੂੰ ਮਿਲਦੇ ਰਹੇ ਨੇ ਤੇ ਸਮੇਂ ਤੋਂ ਸਮੇਂ ਜਾਣਕਾਰੀ ਸਾਂਝੀ ਕਰਦੇ ਰਹੇ ਨੇ। ਜੀਬੀਐਸ ਸਿੱਧੂ ਦੀ ਕਿਤਾਬ ਦੇ ਵਿੱਚ ਇੱਥੋਂ ਤੱਕ ਖੁਲਾਸਾ ਹੁੰਦਾ ਹੈ ਕਿ ਕੁਲਦੀਪ ਸਿੰਘ ਸੋਢੀ ਜਾਂ ਹੋਰ ਜਿਹੜੇ ਖਾਲਿਸਤਾਨ ਕਾਉਂਸਲ ਦੇ ਨਾਲ ਜੁੜੇ ਹੋਏ ਲੋਕ ਸੀ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਭਾਰਤ ਦੀ ਏਜੰਸੀ R&AW ਨੇ ਹੀ ਹੈਲਪ ਕੀਤਾ ਸੀ ਟੂ ਸਪਰੈਡ ਦ ਆਈਡੀਆ ਆਫ ਖਾਲਿਸਤਾਨ ਐਟ ਫੋਰਨ ਲੈਂਡ। ਔਰ ਇੱਥੋਂ ਤੱਕ ਵੀ ਉਹ ਲਿਖਦੇ ਨੇ ਕਿ ਉਹਦੇ ਨਾਲ ਖਾਲਿਸਤਾਨ ਕਾਉਂਸਲ ਦੇ ਨਾਲ ਜੁੜੇ ਹੋਏ ਲੋਕ ਆਪਰੇਸ਼ਨ ਬਲੂ ਸਟਾਰ ਦੀ ਪਲਾਨਿੰਗ ਦੇ ਵਿੱਚ ਵੀ ਭਾਰਤੀ ਏਜੰਸੀਆਂ ਦੇ ਨਾਲ ਇਨਵੋਲਵਡ ਸੀ। 1979 ਦੇ ਵਿੱਚ ਜਦੋਂ ਜੀਬੀਐਸ ਸਿੱਧੂ ਦੀ ਪੋਸਟਿੰਗ ਕੈਨੇਡਾ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਉੱਥੇ ਉਹ ਲਿਖਦੇ ਨੇ ਕਿ ਉੱਥੇ ਕੈਨੇਡਾ ਦੇ ਵਿੱਚ ਸਿਰਫ 2 ਜਾਣੇ ਸੀ, ਕੁਲਦੀਪ ਸਿੰਘ ਸੋਢੀ ਐਂਡ ਪ੍ਰੋਫੈਸਰ ਉਦੇ ਸਿੰਘ। ਇਸ ਤੋਂ ਇਲਾਵਾ ਕਿਤੇ ਵੀ ਕੋਈ ਖਾਲਿਸਤਾਨ ਦੀ ਗੱਲ ਜਾਂ ਆਮ ਲੋਕਾਂ ਦੇ ਵਿੱਚ, ਸਿੱਖਾਂ ਦੇ ਵਿੱਚ ਇਹ ਸੈਂਟੀਮੈਂਟ ਨਹੀਂ ਸੀ। ਪਰ ਉਸ ਤੋਂ 3 ਸਾਲਾਂ ਬਾਅਦ ਭਾਰਤ ਦੀਆਂ ਏਜੰਸੀਆਂ ਵੱਲੋਂ 8 ਤੋਂ 9 ਇੱਦਾਂ ਦੇ ਸੈਂਟਰ ਜਿਹੜੇ ਨੇ ਪੂਰੇ ਨਾਰਦਰਨ ਅਮਰੀਕਾ, ਯੂਰਪ ਐਂਡ ਬ੍ਰਿਟੇਨ 'ਚ ਇਸਟੈਬਲਿਸ਼ ਕਰ ਦਿੱਤੇ ਜਾਂਦੇ ਨੇ, ਜਿਨ੍ਹਾਂ ਦਾ ਕੰਮ ਸੀ ਸਿਰਫ ਖਾਲਿਸਤਾਨ ਦੀਆਂ ਗਤੀਵਿਧੀਆਂ ਨੂੰ ਰੋਕਣਾ। ਜਦਕਿ 3 ਸਾਲ ਪਹਿਲਾਂ ਕਿਤੇ ਵੀ ਕੋਈ ਖਾਲਿਸਤਾਨ ਦੀਆਂ ਗਤੀਵਿਧੀਆਂ ਫੋਰਨ ਲੈਂਡ ਤੇ ਨਹੀਂ ਸਨ। ਸਿਰਫ 2 ਫ੍ਰਿੰਜ ਐਲੀਮੈਂਟ ਆਪਾਂ ਕਹਿ ਲਈਏ ਜਾਂ ਬਹੁਤ ਛੋਟੇ ਪੱਧਰ ਤੇ 2 ਲੋਕ ਸੀ ਜਿਹੜੇ ਆਪਣੀਆਂ ਗੱਲਾਂ ਨੂੰ ਚਲਾ ਰਹੇ ਸੀ, ਔਰ ਉਹਦੇ ਵਿੱਚੋਂ ਕੁਲਦੀਪ ਸਿੰਘ ਸੋਢੀ ਜਗਜੀਤ ਸਿੰਘ ਚੌਹਾਨ ਦੇ ਨੇੜਲੇ ਬੰਦੇ ਸੀ। ਲੇਕਿਨ ਇਹ 3 ਸਾਲਾਂ ਦੇ ਵਿੱਚ ਕੀ ਵਾਪਰਦਾ ਹੈ? 3 ਸਾਲਾਂ ਦੇ ਵਿੱਚ ਇੱਕ ਚੀਜ਼ ਵਾਪਰਦੀ ਹੈ ਕਿ ਇੰਦਰਾ ਗਾਂਧੀ ਦੀ ਸਰਕਾਰ ਸੈਂਟਰ ਦੇ ਵਿੱਚ ਵਾਪਿਸ ਆਉਂਦੀ ਹੈ। ਇੰਦਰਾ ਗਾਂਧੀ ਦੀ ਸਰਕਾਰ ਆਉਂਦੀ ਹੈ ਔਰ ਇੱਕ ਵੇਲੇ ਇੱਕਦਮ ਹੀ ਇਸ ਚੀਜ਼ ਨੂੰ, ਆਈਡੀਆ ਨੂੰ ਸਪਰੈਡ ਕਰ ਦਿੱਤਾ ਜਾਂਦਾ ਹੈ ਕਿ ਖਾਲਿਸਤਾਨ ਦੀਆਂ ਗਤੀਵਿਧੀਆਂ ਰੋਕਣ ਦੇ ਲਈ ਇੰਟੈਲੀਜੈਂਸ ਸਰਵਿਸਿਜ਼ ਕੰਮ ਕਰਨ। ਜਦਕਿ 3 ਸਾਲ ਪਹਿਲਾਂ ਤੱਕ ਕੋਈ ਵੀ ਇੱਦਾਂ ਦਾ ਖਾਲਿਸਤਾਨ ਦਾ ਬਹੁਤ ਵੱਡਾ ਨੈਰੇਟਿਵ ਜਿਹੜਾ ਸੀ ਜਾਂ ਮੰਗ ਜਿਹੜੀ ਸੀ ਉਹ ਨਾਰਥ ਅਮਰੀਕਾ, ਯੂਰਪ ਔਰ ਇੰਗਲੈਂਡ ਦੇ ਵਿੱਚ ਨਹੀਂ ਸੀ। ਯੂਕੇ ਦੇ ਵਿੱਚ ਅਕਾਲੀ ਦਲ ਦੇ ਨਾਮ ਹੇਠ ਕੁਝ ਕੁ ਲੋਕ ਸੀ, 10 ਤੋਂ 12 ਲੋਕ ਸੀ ਜਿਹੜੇ ਆਪਣਾ ਕੰਮ ਕਰ ਰਹੇ ਸੀ। ਜੀਬੀਐਸ ਸਿੱਧੂ ਆਪਣੀ ਕਿਤਾਬ ਦੇ ਵਿੱਚ 2 ਇੱਦਾਂ ਦੀਆਂ ਇਵੈਂਟ ਦੱਸਦੇ ਨੇ ਜਿੱਥੇ ਪਤਾ ਲੱਗਦਾ ਹੈ ਕਿ ਇਹ ਜੋ ਜਗਜੀਤ ਸਿੰਘ ਚੌਹਾਨ ਦੀ ਕਾਉਂਸਲ ਆਫ ਖਾਲਿਸਤਾਨ ਸੀ, ਰਿਪਬਲਿਕ ਆਫ ਖਾਲਿਸਤਾਨ ਸੀ, ਇਹਦੇ ਨਾਲ ਜੁੜੇ ਹੋਏ ਬੰਦੇ ਕੁਲਦੀਪ ਸਿੰਘ ਸੋਢੀ ਵਰਗੇ ਜਿਹੜੇ ਇਹ ਜਿਹੜੇ ਰॉ ਦੇ R&W ਵਿੰਗ ਦੇ ਜਿਹੜੇ ਆਪਣੇ ਏਜੰਟ ਸੀ, ਇੰਡੀਅਨ ਏਜੰਸੀਜ਼ ਦੇ ਭੇਜੇ ਹੋਏ ਉੱਥੇ ਟੂ ਮੇਨਟੇਨ ਦਾ ਸਿਕਿਉਰਿਟੀ, ਉਹਨਾਂ ਦੇ ਨਾਲ ਐਜ਼ ਇਨਫੋਰਮਰ ਕੰਮ ਕਰਦੇ ਰਹੇ ਨੇ। 1982 ਦੇ ਵਿੱਚ ਨਿਊਯਾਰਕ ਅਮਰੀਕਾ ਦੇ ਵਿੱਚ ਇੰਦਰਾ ਗਾਂਧੀ ਦਾ ਟੂਰ ਹੁੰਦਾ ਤਾਂ ਉੱਥੇ ਵੀ ਉਹ ਦੱਸਦੇ ਨੇ ਕਿ ਇੰਡੀਆ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਾਨ ਦਾ ਖਤਰਾ ਹੋਣ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਕੁਲਦੀਪ ਸਿੰਘ ਸੋਢੀ, ਜੋ ਖੁਦ ਜਗਜੀਤ ਸਿੰਘ ਚੌਹਾਨ ਦਾ ਥਾਪਿਆ ਹੋਇਆ ਇੱਕ ਖਾਲਿਸਤਾਨ ਕਾਉਂਸਲ ਨੂੰ ਚਲਾਉਣ ਵਾਲਾ ਕੈਨੇਡਾ ਦੇ ਵਿੱਚ ਬੰਦਾ ਸੀ, ਉਹਨੇ ਇਹ ਗੱਲ ਨੂੰ ਰॉ ਅਧਿਕਾਰੀ ਜੀਬੀਐਸ ਸਿੱਧੂ ਨੂੰ ਦੱਸਿਆ ਕਿ ਕੁਛ ਇੱਕ ਬੰਦਾ ਸੀਗਾ ਜਿਹਦਾ ਨਾਮ ਉਹਨਾਂ ਨੇ ਉਹਦੇ ਵਿੱਚ ਨਹੀਂ ਦੱਸਿਆ ਕਿ ਉਹ ਇੰਦਰਾ ਗਾਂਧੀ ਤੇ ਗੋਲੀ ਚਲਾਉਣਾ ਚਾਹੁੰਦਾ ਸੀ, ਪਰ ਕੁਲਦੀਪ ਸਿੰਘ ਸੋਢੀ ਜੋ ਕਾਉਂਸਲ ਆਫ ਖਾਲਿਸਤਾਨ ਦਾ ਬੰਦਾ ਸੀ ਉਹਦੇ ਵੱਲੋਂ ਉਹਨੂੰ ਰੋਕਿਆ ਗਿਆ। ਸੋ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਇੱਕ ਅਲੱਗ ਦੇਸ਼ ਬਣਾ ਰਹੇ ਨੇ ਤਾਂ ਉਹ ਰॉ ਦੇ ਨਾਲ, ਜੋ ਇੰਡੀਆ ਤੋਂ ਤੋੜ ਕੇ ਇੱਕ ਅਲੱਗ ਦੇਸ਼ ਬਣਾਉਣਾ ਚਾਹੁੰਦੇ ਨੇ, ਸੋ ਇੰਡੀਅਨ ਏਜੰਸੀ ਦੇ ਨਾਲ ਇਹ ਮੁਲਾਕਾਤਾਂ ਕਿਉਂ ਕਰਨਗੇ? ਅਗਲੀ ਮੁਲਾਕਾਤ ਅਗਲੇ ਹੀ ਸਾਲ 1983 ਦੇ ਵਿੱਚ ਦੁਬਾਰਾ ਹੁੰਦੀ ਹੈ ਜਦੋਂ ਯੂਨਾਈਟਿਡ ਨੇਸ਼ਨ ਦੀ ਜਨਰਲ ਇਜਲਾਸ ਦੇ ਲਈ ਪ੍ਰਾਈਮ ਮਿਨਿਸਟਰ ਆਫ ਇੰਡੀਆ ਇੰਦਰਾ ਗਾਂਧੀ ਉੱਥੇ ਪਹੁੰਚਦੇ ਨੇ ਤਾਂ ਉੱਥੇ ਵੀ ਕੁਲਦੀਪ ਸਿੰਘ ਸੋਢੀ ਵੱਲੋਂ ਜੀਬੀਐਸ ਸਿੱਧੂ ਆਪਣੀ ਕਿਤਾਬ 'ਚ ਲਿਖਦੇ ਨੇ ਕਿ ਪਹਿਲਾਂ ਹੀ ਖਬਰ ਦੇ ਦਿੱਤੀ ਗਈ ਸੀ ਕਿ ਕੈਨੇਡਾ ਤੋਂ ਬੱਸਾਂ ਭਰ ਕੇ ਸਿੱਖਾਂ ਦੀਆਂ ਆ ਰਹੀਆਂ ਨੇ ਔਰ ਇੱਥੇ ਇੰਦਰਾ ਗਾਂਧੀ ਦੇ ਵਿਰੋਧ ਦੇ ਵਿੱਚ ਨਾਅਰੇ ਲੱਗ ਸਕਦੇ ਨੇ, ਔਰ ਉਹ ਕਾਫੀ ਹੈਲਪਫੁਲ ਰਿਹਾ। ਉਹ ਅੱਗੇ ਲਿਖਦੇ ਨੇ ਕਿ ਏਅਰਪੋਰਟ ਤੇ ਛੱਡਣ ਵੀ ਜੀਬੀਐਸ ਸਿੱਧੂ ਆਪਣੀ ਗੱਡੀ 'ਚ ਬਿਠਾ ਕੇ ਜਾਂ ਟੈਕਸੀ ਦੇ ਵਿੱਚ ਕੁਲਦੀਪ ਸੋਢੀ ਨੂੰ ਛੱਡਣ ਦੇ ਲਈ ਜਾਂਦੇ ਨੇ, ਔਰ ਕੁਲਦੀਪ ਸੋਢੀ ਵੱਲੋਂ ਜੋ ਜੀਬੀਐਸ ਸਿੱਧੂ ਜੋ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੇ ਕੰਮ ਕਰਨ ਵਾਲੇ ਅਧਿਕਾਰੀ ਸੀ, ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਜਸਟ ਬਿਕੋਜ਼ ਇੰਡੀਆ ਦੇ ਵਿੱਚ ਇੰਦਰਾ ਗਾਂਧੀ ਦੀਆਂ ਪਾਲਿਸੀਜ਼ ਕਰਕੇ ਵਿਦੇਸ਼ ਦੇ ਵਿੱਚ ਕੁਲਦੀਪ ਸਿੰਘ ਸੋਢੀ ਹੋਣਾ ਦਾ ਕੰਮਕਾਰ ਜੋ ਹੈ ਖਾਲਿਸਤਾਨ ਵਾਲੀ ਦੁਕਾਨਦਾਰੀ ਉਹ ਬਹੁਤ ਵਧੀਆ ਚੱਲ ਰਹੀ ਹੈ, ਇਹਦੇ ਲਈ ਉਹ ਪਰਸਨਲੀ ਧੰਨਵਾਦ ਕਰਨਾ ਚਾਹੁੰਦੇ ਨੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਇੰਦਰਾ ਗਾਂਧੀ ਦਾ। ਸੋ ਇਹੋ ਜਿਹੇ ਕਾਉਂਸਲ ਆਫ ਖਾਲਿਸਤਾਨ ਦੇ ਲੀਡਰ ਸੀ ਜਿਹੜੇ ਕਿ ਭਾਰਤੀ ਸਟੇਟ ਦੀਆਂ ਇੰਟੈਲੀਜੈਂਸ ਏਜੰਸੀਆਂ ਦੇ ਨਾਲ ਐਜ਼ ਏ ਇਨਫੋਰਮਰ ਕੰਮ ਕਰਦੇ ਹੋਏ ਲੱਗਦੇ ਨੇ। ਸੋ ਇਹਨਾਂ ਗੱਲਾਂ ਤੋਂ ਇਸ ਚੀਜ਼ ਦਾ ਅੰਦਾਜ਼ਾ ਲੱਗਦਾ ਹੈ ਕਿ ਇਹ ਜੋ ਜਗਜੀਤ ਸਿੰਘ ਚੌਹਾਨ ਵਾਲਾ ਖਾਲਿਸਤਾਨ ਸੀ, ਖਾਲਿਸਤਾਨ ਕਾਉਂਸਲ ਸੀ, ਐਵੇਂ ਲੱਗਦਾ ਹੈ ਕਿ ਭਾਰਤੀ ਸਟੇਟ ਵੱਲੋਂ ਹੀ ਫਿੱਟ ਕੀਤੇ ਹੋਏ ਸੀ ਜਾਂ ਇਹਨਾਂ ਨੂੰ ਹੈਲਪ ਪ੍ਰੋਵਾਈਡ ਕੀਤੀ ਜਾ ਰਹੀ ਸੀ। ਹੁਣ ਦੂਸਰਾ ਐਂਗਲ ਜਿਹੜਾ ਹੈਗਾ ਉਹ ਹੈਗਾ ਅਮਰੀਕਾ ਤੇ ਪਾਕਿਸਤਾਨ ਦੀ ਦੋਸਤੀ ਦੇ ਵਿੱਚੋਂ ਭਾਰਤ ਨੂੰ ਨੁਕਸਾਨ ਪਹੁੰਚਾਉਣਾ ਔਰ ਇਹਦੇ ਨਾਲ ਹੀ ਬੰਗਲਾਦੇਸ਼ ਦੀ ਲਿਬਰੇਸ਼ਨ ਵਾਰ। ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਇੱਥੇ ਐਡ ਕਰ ਦੇਣਾ ਚਾਹੁੰਦੀ ਹਾਂ ਕਿ 1971 ਦੇ ਅਰਾਊਂਡ ਜਦੋਂ 1971 ਦੇ ਵਿੱਚ ਬੰਗਲਾਦੇਸ਼ ਨੂੰ ਲਿਬਰੇਟ ਕਰਾਉਂਦਾ ਇੰਡੀਆ ਪਾਕਿਸਤਾਨ ਦੇ ਕੋਲੋਂ, ਉਹ ਈਸਟ ਪਾਕਿਸਤਾਨ ਹੁੰਦਾ ਹੈ। ਸੋ ਪਾਕਿਸਤਾਨ ਨੂੰ ਤੋੜ ਕੇ ਉੱਥੇ ਇੱਕ ਨਵਾਂ ਦੇਸ਼ ਬੰਗਲਾਦੇਸ਼ ਬਣਾਇਆ ਜਾਂਦਾ ਹੈ। ਇਸ ਚੀਜ਼ ਤੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਉਸ ਸਮੇਂ ਦੇ ਰਿਚਰਡ ਨਿਕਸਨ ਕਾਫੀ ਨਾਰਾਜ਼ ਸੀ। ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਨਰੀ ਕਿਸਿੰਗਰ ਬਹੁਤ ਨਾਰਾਜ਼ ਸੀਗੇ ਔਰ ਉਹਨਾਂ ਨੇ ਉਸ ਨਾਰਾਜ਼ਗੀ ਦੇ ਵਿੱਚ ਬਹੁਤ ਮਾੜੇ ਸ਼ਬਦ ਪ੍ਰਾਈਮ ਮਿਨਿਸਟਰ ਆਫ ਇੰਡੀਆ ਇੰਦਰਾ ਗਾਂਧੀ ਦੇ ਲਈ
ਔਰ ਇੰਡੀਅਨਸ ਦੇ ਲਈ ਵਰਤੇ ਨੇ। ਮੈਂ ਸਕਰੀਨ ਤੇ ਤੁਹਾਡੇ ਲਈ ਚਲਾ ਰਹੀ ਹਾਂ। ਇਹਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਬਾਅਦ ਵਿੱਚ ਇਹ ਜਿਹੜਾ ਡਾਕੂਮੈਂਟ ਹੈ ਇਹ ਅਮਰੀਕਾ ਵੱਲੋਂ ਹੀ ਡੀਕਲਾਸੀਫਾਈ ਕੀਤੇ ਗਏ। ਉਹਨਾਂ ਦਾ ਰੂਲ ਹੈ ਆਪਣੇ ਇੰਡੀਆ ਦੇ ਵਿੱਚ ਹਜੇ ਵੀ ਜਿਹੜਾ 1984 ਦਾ ਆਪਰੇਸ਼ਨ ਬਲੂ ਸਟਾਰ ਆ, ਉਸ ਤੋਂ ਬਾਅਦ ਦਾ ਜੈਨੋਸਾਈਡ ਆ, ਉਹਦੇ ਨਾਲ ਕੋਈ ਵੀ ਰਿਲੇਟਡ ਡਾਕੂਮੈਂਟ ਆਪਣੇ ਸਾਹਮਣੇ ਡੀਕਲਾਸੀਫਾਈ ਨਹੀਂ ਕੀਤੇ ਗਏ ਹੈਗੇ। ਪਰ ਇਹਨਾਂ ਡਾਕੂਮੈਂਟਸ 'ਚ ਸਾਫ਼ ਨਜ਼ਰ ਆਉਂਦਾ ਹੈ ਕਿ ਕਿੱਡੀ ਵੱਡੀ ਨਾਰਾਜ਼ਗੀ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਵਿੱਚ ਸੀਗੀ, ਕਿਉਂਕਿ ਉਸ ਸਮੇਂ ਦੋ ਤਾਕਤਾਂ ਸੀ, ਸੋਵੀਅਤ ਯੂਨੀਅਨ ਔਰ ਨਾਲ ਅਮਰੀਕਾ। ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਇੱਕ ਬਹੁਤ ਲੰਬਾ ਦੌਰ ਕੋਲਡ ਵਾਰ ਚੱਲਦੀ ਹੈ, ਜਿਹਦੇ ਵਿੱਚ ਛੋਟੇ ਦੇਸ਼ ਜਿਵੇਂ ਕਿ ਜਿਹੜੇ ਡਿਵੈਲਪਿੰਗ ਕੰਟਰੀ ਸੀ ਉਹਨਾਂ ਨੇ ਵੀ ਭੁਗਤੀਆਂ ਬਹੁਤ ਚੀਜ਼ਾਂ ਨੂੰ। ਜਿਹੜਾ ਭਾਰਤ ਸੀ ਉਹ ਸੋਵੀਅਤ ਯੂਨੀਅਨ ਲੀਨਿੰਗ ਸੀਗਾ, ਆਪਾਂ ਜਾਣਦੇ ਹਾਂ। ਔਰ ਜਿਹੜਾ ਪਾਕਿਸਤਾਨ ਸੀ, ਪਾਕਿਸਤਾਨ ਦੇ ਵਿੱਚ ਆ ਕੇ ਫਰੈਂਡ ਬਣੇ ਹੋਏ ਸੀ, ਪਾਕਿਸਤਾਨ ਦੇ ਐਲਾਈ ਬਣੇ ਹੋਏ ਸੀ ਯੂਨਾਈਟਿਡ ਸਟੇਟਸ, ਕਿਉਂਕਿ ਯੂਨਾਈਟਿਡ ਸਟੇਟ ਨਹੀਂ ਸੀ ਚਾਹੁੰਦਾ ਕਿ ਸਾਊਥ ਏਸ਼ੀਆ ਦੇ ਵਿੱਚ ਕਿਤੇ ਵੀ ਸੋਵੀਅਤ ਯੂਨੀਅਨ ਦਾ ਜ਼ਿਆਦਾ ਪਸਾਰ ਹੋਵੇ। ਪਰ ਇੰਡੀਆ ਨੇ ਜੋ ਬੰਗਲਾਦੇਸ਼ ਲਿਬਰੇਸ਼ਨ ਵਾਰ ਕੀਤੀ, ਉਹਦੇ ਲਈ ਬਹੁਤ ਤਾਰੀਫ ਜਿਹੜੀ ਸੀ ਇੰਦਰਾ ਗਾਂਧੀ ਨੂੰ ਮਿਲੀ ਸੀ। ਭਾਰਤ ਵੱਲੋਂ ਜੋ ਬੰਗਲਾਦੇਸ਼ ਨੂੰ ਲਿਬਰੇਟ ਕਰਾਉਣ ਵਾਲਾ ਉਹ ਐਕਸ਼ਨ ਸੀ, ਉਹ ਇੱਕ ਤਰ੍ਹਾਂ ਦੇ ਨਾਲ ਪਾਕਿਸਤਾਨ ਐਂਡ ਅਮਰੀਕਾ ਨੇ ਆਪਸੀ ਦੋਸਤੀ ਹੁੰਦੇ ਹੋਏ ਇੱਕ ਇਨਸਲਟ ਦੇ ਰੂਪ ਦੇ ਵਿੱਚ ਲਿਆ। ਔਰ ਇੱਕ ਤਰ੍ਹਾਂ ਦੇ ਨਾਲ ਪੜਨ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਅਮਰੀਕਾ ਸੀ ਉਹਦੇ ਵੱਲੋਂ ਵੀ ਇੱਕ ਕੋਵਰਟ ਐਕਸ਼ਨ ਪਲਾਨ ਜਿਹੜਾ ਇੰਡੀਆ ਦੇ ਵਿਰੁੱਧ ਸਟਾਰਟ ਕਰ ਦਿੱਤਾ ਗਿਆ ਸੀ। ਔਰ ਪਾਕਿਸਤਾਨ ਇੱਕ ਪਾਸੇ ਤਾਂ 1972 ਦੇ ਵਿੱਚ ਸ਼ਿਮਲਾ ਅਗਰੀਮੈਂਟ ਕਰ ਰਿਹਾ ਸੀ, ਜਿਸ ਅਗਰੀਮੈਂਟ ਦਾ ਮਤਲਬ ਇਹ ਸੀ ਕਿ ਇੰਡੀਆ ਔਰ ਪਾਕਿਸਤਾਨ ਆਪਸ ਦੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਡਿਪਲੋਮੈਟਿਕ ਨੈਗੋਸ਼ੀਏਸ਼ਨ ਦੇ ਰੂਪ ਦੇ ਵਿੱਚ ਇੰਪਰੂਵ ਕਰੇਗਾ ਔਰ ਪੀਸਫੁਲ ਰਹੇਗਾ। ਔਰ ਨਾਲ ਦੀ ਨਾਲ ਇਹ ਵੀ ਵਾਅਦਾ ਕੀਤਾ ਗਿਆ ਕਿ ਕੋਈ ਵੀ ਥਰਡ ਪਾਰਟੀ, ਚਾਹੇ ਯੂਨਾਈਟਿਡ ਨੇਸ਼ਨ ਹੀ ਹੋਵੇ, ਇਹਦੇ ਵਿੱਚ ਇੰਟਰਫੇਅਰ ਨਹੀਂ ਕਰੇਗੀ। ਇੰਡੀਆ ਔਰ ਪਾਕਿਸਤਾਨ ਦੇ ਜੋ ਰਿਸ਼ਤੇ ਨੇ ਉਹ ਆਪਸ ਦੇ ਵਿੱਚ ਹੀ ਗੱਲਬਾਤ ਦੇ ਨਾਲ ਸੁਲਝਾਏ ਜਾਣਗੇ। ਪਰ ਐਟ ਦ ਸੇਮ ਟਾਈਮ ਪਾਕਿਸਤਾਨ ਇੱਕ ਬਲੀਡ ਇੰਡੀਆ ਨਾਮ ਦੀ ਪਾਲਿਸੀ ਵੀ ਸਟਾਰਟ ਕਰ ਚੁੱਕਾ ਸੀ, ਜਿਹਦੇ ਵਿੱਚ ਉਹਨਾਂ ਦਾ ਢੰਗ ਸੀਗਾ ਕਿ ਇੰਡੀਆ ਨੂੰ ਥਾਊਜ਼ੈਂਡਸ ਆਫ ਜ਼ਖਮ ਦੇਵਾਂਗੇ ਜਿਹੜੇ ਬਲੀਡ ਕਰਦੇ ਰਹਿਣਗੇ ਫॉर ਥਾਊਜ਼ੈਂਡਸ ਆਫ ਈਅਰਸ। ਉਸੇ ਹੀ ਪਾਲਿਸੀ ਦੇ ਤਹਿਤ ਉਹਨਾਂ ਨੇ ਜੋ ਐਕਸ਼ਨ ਸੋਚੇ ਸੀਗੇ ਉਹ ਸੀ ਮਿਲੀਟੈਂਸੀ, ਜਾਂ ਇੱਦਾਂ ਦੇ ਕੋਵਰਟ ਆਪਰੇਸ਼ਨਸ ਕਰਨੇ, ਇੱਦਾਂ ਦੇ ਐਕਸ਼ਨਸ ਕਰਨੇ ਜਿਹੜੇ ਕਿ ਲੋ ਕੀ ਹੋਣ ਔਰ ਪਾਕਿਸਤਾਨ ਉਹਦੇ ਵਿੱਚ ਬਿਹਾਈਂਡ ਦਾ ਸਟੇਜ ਰਵੇ ਔਰ ਇੰਡੀਆ ਦੇ ਵਿੱਚ ਇਨਸਰਜੈਂਸੀ ਕ੍ਰੀਏਟ ਕੀਤੀ ਜਾ ਸਕੇ, ਜਿਹੜਾ ਬਾਅਦ ਵਿੱਚ ਆਪਣੇ ਸਾਹਮਣੇ ਕਸ਼ਮੀਰ ਮਿਲੀਟੈਂਸੀ ਐਂਡ ਪੰਜਾਬ ਦੀ ਮਿਲੀਟੈਂਸੀ ਦੇ ਰੂਪ ਦੇ ਵਿੱਚ ਵੀ ਨਿਕਲ ਕੇ ਸਾਹਮਣੇ ਆਉਂਦਾ ਹੈ। ਇੱਕ ਕਿਤਾਬ ਜਿਹਦਾ ਨਾਮ ਕਾਊਬॉयਜ਼ ਆਫ ਰॉ ਹੈ, ਉਸ ਕਿਤਾਬ ਦੇ ਵਿੱਚ ਇਹ ਵੀ ਚੀਜ਼ ਨੂੰ ਪੜ੍ਹਦੇ ਹੋਏ ਸਾਹਮਣੇ ਆਇਆ ਕਿ CIA ਦੀ ਪਾਲਿਸੀ ਸੀ, ਜੇ ਇੱਕ ਉਹਨਾਂ ਦਾ ਆਪਰੇਸ਼ਨ ਸੀ, ਮਤਲਬ ਕਿ ਅਮਰੀਕਾ ਦਾ ਇੱਕ ਆਪਰੇਸ਼ਨ ਸੀ ਕਿ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਮਿਲੀਟੈਂਸੀ ਔਰ ਡਿਸਟਰਬੈਂਸਿਸ ਜਿਹੜੀਆਂ ਉਹ ਪੈਦਾ ਕੀਤੀਆਂ ਜਾਣ। ਔਰ ਲਗਭਗ 10 ਸਾਲ ਤੋਂ ਵੱਧ ਸਮੇਂ ਤੱਕ ਚੱਲੀਆਂ ਉਹ ਡਿਸਟਰਬੈਂਸਿਸ, ਔਰ ਉਹਦੇ ਵਿੱਚ ਅਮਰੀਕਾ ਔਰ ਪਾਕਿਸਤਾਨ ਦਾ ਹੱਥ ਉਸ ਕਿਤਾਬ ਨੇ ਸਾਹਮਣੇ ਲਿਆਂਦਾ। ਔਰ ਨਾਲ ਹੀ ਇਹ ਵੀ ਕਿਹਾ ਕਿ ਜਦੋਂ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਹੋ ਜਾਂਦੀ ਆ, ਉਸ ਤੋਂ ਬਾਅਦ ਉਹ ਜਿਹੜੀ ਅਮਰੀਕਾ ਦੀ ਪਾਲਿਸੀ ਆ ਪੰਜਾਬ ਦੇ ਵਿੱਚ ਡਿਸਟਰਬੈਂਸਿਸ ਕ੍ਰੀਏਟ ਕਰਨ ਦੀ, ਉਹ ਉਸ ਤੋਂ ਬਾਅਦ ਰੁਕਦੀ ਹੈ। ਸੋ ਉੱਥੇ ਵੀ ਸਵਾਲ ਬੜੇ ਨੇ ਕਿ ਇੰਦਰਾ ਗਾਂਧੀ ਦੀ ਮੌਤ ਤੇ ਆਪਾਂ ਨੂੰ ਤਾਂ ਬਹੁਤ ਘੱਟ ਉਹਦੇ ਬਾਰੇ ਡਾਟਾ ਅਵੇਲੇਬਲ ਆ, ਸਤਵੰਤ ਸਿੰਘ, ਬੇਅੰਤ ਸਿੰਘ ਐਂਡ ਕੇਹਰ ਸਿੰਘ ਤੱਕ ਹੀ ਲਿਮਿਟਡ ਆ, ਪਰ ਉਹਦੇ ਪਿੱਛੇ ਕੰਸਪਾਇਰੇਟਰ ਕੌਣ ਹੋ ਸਕਦੇ ਨੇ, ਇਹੋ ਜਿਹੀਆਂ ਬਹੁਤ ਗੱਲਾਂ, ਕਈ ਸਵਾਲ ਇੱਥੇ ਹਜੇ ਖੜੇ ਨੇ। ਯੂਨਾਈਟਿਡ ਸਟੇਟਸ ਦੇ ਉਸ ਸਮੇਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਨਰੀ ਕਿਸਿੰਗਰ ਵੱਲੋਂ ਮੁਲਾਕਾਤਾਂ ਕਰਵਾਈਆਂ ਜਾਂਦੀਆਂ ਨੇ ਜਗਜੀਤ ਸਿੰਘ ਚੌਹਾਨ ਦੀਆਂ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਦੇ ਨਾਲ, ਜਿਵੇਂ ਕਿ ਯਹੀਆ ਖਾਨ ਐਂਡ ਜ਼ੁਲਫਿਕਾਰ ਅਲੀ ਭੁੱਟੋ। ਇਹ ਰਿਕਾਰਡਡ ਫੈਕਟ ਨੇ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ। ਸੋ ਇਹਦੇ ਵਿੱਚ ਅੱਗੇ ਆ ਕੇ ਜਗਜੀਤ ਸਿੰਘ ਚੌਹਾਨ ਦੀਆਂ ਬਹੁਤ ਇੰਟਰਵਿਊਜ਼ ਆ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ, ਜਿਹਦੇ ਵਿੱਚ ਉਹ ਖੁਦ ਇਸ ਚੀਜ਼ ਦਾ ਖੁਲਾਸਾ ਕਰਦੇ ਨੇ, ਮੰਨਦੇ ਨੇ, ਅਸਿੱਧੇ ਤੌਰ ਦੇ ਨਾਲ ਮੰਨਦੇ ਨੇ ਕਿ ਉਹਨਾਂ ਦੇ ਪਿੱਛੇ ਪਾਕਿਸਤਾਨ ਦਾ ਹੱਥ ਸੀ। ਪਾਕਿਸਤਾਨ ਨੇ ਜਗਜੀਤ ਸਿੰਘ ਚੌਹਾਨ ਨੂੰ ਫਾਦਰ ਆਫ ਸਿੱਖ ਨੇਸ਼ਨ ਦਾ ਟੈਗ ਦਿੱਤਾ ਹੋਇਆ ਸੀ ਔਰ ਇੱਥੋਂ ਤੱਕ ਕਿਹਾ ਸੀ ਕਿ ਨਨਕਾਣਾ ਨੂੰ ਤੁਸੀਂ ਕੈਪੀਟਲ ਬਣਾਓ ਖਾਲਿਸਤਾਨ ਦੀ, ਔਰ ਉੱਥੋਂ ਪਾਕਿਸਤਾਨ ਦੀ ਧਰਤੀ ਤੋਂ ਨਨਕਾਣਾ ਸਾਹਿਬ ਤੋਂ ਖਾਲਿਸਤਾਨ ਦਾ ਸੰਘਰਸ਼ ਲੜੋ। ਲੇਕਿਨ ਜਦੋਂ ਰਿਪਬਲਿਕ ਆਫ ਖਾਲਿਸਤਾਨ 1980 ਦੇ ਵਿੱਚ ਜਗਜੀਤ ਸਿੰਘ ਚੌਹਾਨ ਬਣਾਉਂਦੇ ਨੇ ਤਾਂ ਪਾਕਿਸਤਾਨ ਵੱਲੋਂ ਕਿਤੇ ਵੀ ਮਾਨਤਾ ਉਸ ਰਿਪਬਲਿਕ ਆਫ ਖਾਲਿਸਤਾਨ ਨੂੰ ਨਹੀਂ ਦਿੱਤੀ ਜਾਂਦੀ ਔਰ ਨਾ ਹੀ ਯੂਨਾਈਟਿਡ ਸਟੇਟਸ ਵੱਲੋਂ ਉਹਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਜਗਜੀਤ ਸਿੰਘ ਚੌਹਾਨ ਦਾ ਰਿਪਬਲਿਕ ਆਫ ਖਾਲਿਸਤਾਨ ਐਵੇਂ ਲੱਗਦਾ ਕਿ ਜਿਹੜਾ ਇਹਦੇ ਪਿੱਛੇ ਇੰਨਾ ਇਨਵੈਸਟਮੈਂਟ ਕੀਤੀ ਗਈ ਹੈ, ਇਸ ਆਈਡੀਆ ਨੂੰ ਬਹੁਤ ਵੱਡੇ ਲੈਵਲ ਤੇ ਪ੍ਰੋਪਾਗੇਟ ਕੀਤਾ ਗਿਆ ਔਰ ਸਿਰਫ ਸਿੰਬੋਲਿਕਲੀ, ਔਰ ਉਹਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਡਿਸਟਰਬੈਂਸਿਸ ਪੈਦਾ ਹੋਈਆਂ, ਖੈਰ ਉਹਦੇ ਵਿੱਚ ਜਗਜੀਤ ਸਿੰਘ ਚੌਹਾਨ ਦੇ ਖਾਲਿਸਤਾਨ ਦਾ ਕੋਈ ਖਾਸ ਰੋਲ ਨਜ਼ਰ ਨਹੀਂ ਆਉਂਦਾ, ਕਿਉਂਕਿ 1980 ਔਰ 82 ਤੱਕ ਜਗਜੀਤ ਸਿੰਘ ਚੌਹਾਨ ਦਾ ਜਿਹੜਾ ਐਕਟਿਵਿਜ਼ਮ ਸੀਗਾ ਖਾਲਿਸਤਾਨ ਦੇ ਪ੍ਰਤੀ, ਉਹ ਕਾਫੀ 1982 ਤੋਂ ਬਾਅਦ ਸ਼ਾਂਤ ਹੋ ਚੁੱਕਾ ਸੀ, ਕਿਉਂਕਿ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਕੋਈ ਸਾਥ ਨਹੀਂ ਮਿਲਿਆ। ਔਰ ਜਰਨੈਲ ਸਿੰਘ ਭਿੰਡਰਾਂਵਾਲੇ ਪੰਜਾਬ ਦੇ ਵਿੱਚ ਇੱਕ ਹੀਰੋ ਦੀ ਤਰ੍ਹਾਂ
ਉਹਨਾਂ ਦੇ ਨਾਲ ਲੋਕਾਂ ਦਾ ਇੱਕ ਵਹਾਅ ਚੱਲਦਾ ਸੀ, ਉਹਨਾਂ ਦੀ ਗੱਲ ਨੂੰ ਸੁਣਦੇ ਸੀ। ਜਗਜੀਤ ਸਿੰਘ ਚੌਹਾਨ ਦੀ 1993 ਦੇ ਵਿੱਚ ਇੱਕ ਇੰਟਰਵਿਊ ਹੈ ਜਿਹੜੀ ਸ਼ੇਖਰ ਗੁਪਤਾ ਨਿਰੂਪਮਾ ਨੇ ਲਈ ਹੋਈ ਹੈ। ਉਹਦੇ ਵਿੱਚ ਉਹਨੂੰ ਸਵਾਲ ਪੁੱਛੇ ਜਾਂਦੇ ਨੇ ਔਰ ਉਹਨਾਂ ਸਵਾਲਾਂ ਦੇ ਜੋ ਜਵਾਬ ਦਿੰਦਾ ਉਹਦੇ ਵਿੱਚੋਂ ਸਾਫ਼ ਉਹ ਕਹਿੰਦੇ ਆ ਕਿ ਪਾਕਿਸਤਾਨ ਨੇ ਸਿੱਖਾਂ ਨੂੰ ਐਕਸਪਲੋਇਟ ਕੀਤਾ ਔਰ ਸਿੱਖਾਂ ਨੂੰ ਸਿਨੀਕਲੀ ਵਰਤਿਆ ਆ। ਉਹਨਾਂ ਨੂੰ ਕੋਈ ਸਮਝ ਨਹੀਂ ਸੀ, ਸਿਰਫ ਔਰ ਸਿਰਫ ਉਹ ਸਿੱਖਾਂ ਦੇ ਇਸ਼ੂ ਦੇ ਬਾਰੇ ਕੋਈ ਸਮਝ ਨਹੀਂ ਸੀ ਰੱਖਦੇ। ਉਹਨਾਂ ਨੂੰ ਸਿੱਖਾਂ ਨਾਲ ਕੁਝ ਲੈਣ ਦੇਣ ਨਹੀਂ ਸੀ, ਖਾਲਿਸਤਾਨ ਨਾਲ ਕੋਈ ਲੈਣ ਦੇਣ ਨਹੀਂ ਸੀ, ਸਿਰਫ ਔਰ ਸਿਰਫ ਇੰਡੀਆ ਦੇ ਨਾਲ ਬਦਲਾ ਲੈਣਾ ਚਾਹੁੰਦੇ ਸੀ। ਇਸ ਕਰਕੇ ਜਗਜੀਤ ਸਿੰਘ ਚੌਹਾਨ ਹੋਣਾ ਨੂੰ ਉਹਨਾਂ ਨੇ ਵਰਤਿਆ ਔਰ ਸਿੱਖਾਂ ਨੂੰ, ਸਿੱਖਾਂ ਦੇ ਸੈਂਟੀਮੈਂਟਸ ਨੂੰ ਐਕਸਪਲੋਇਟ ਕੀਤਾ ਪਾਕਿਸਤਾਨ ਨੇ। ਜਗਜੀਤ ਸਿੰਘ ਚੌਹਾਨ ਨੇ ਕਿਹਾ ਕਿ ਇੰਡੀਆ ਦੀਆਂ ਏਜੰਸੀਆਂ ਨੇ ਔਰ ਪਾਕਿਸਤਾਨ ਦੀਆਂ ਏਜੰਸੀਆਂ ਨੇ ਸਿੱਖਾਂ ਨੂੰ ਵਰਤਿਆ ਔਰ ਸਿੱਖਾਂ ਨੂੰ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਜਿਹੜੀ ਮੂਵਮੈਂਟ ਸੀ ਉਸ ਮੂਵਮੈਂਟ ਨੂੰ ਫੇਲ ਕੀਤਾ ਹੈ। ਜਗਜੀਤ ਸਿੰਘ ਚੌਹਾਨ ਦੇ ਜਿਹੜਾ ਉਹਨਾਂ ਦਾ ਸਟੈਂਡ ਹੈ ਪੰਜਾਬ ਦੇ ਵਿੱਚ, ਜਿਹੜੀ ਮਿਲੀਟੈਂਸੀ ਆ, ਜਿਹੜੇ ਖਾੜਕੂ ਸੀਗੇ ਉਹਨਾਂ ਦੇ ਪ੍ਰਤੀ, ਉਹ ਵੀ ਇੱਕ ਨਜ਼ਰ ਆਉਂਦਾ ਹੈ ਕਿ ਉਹ ਇਹਨਾਂ ਦੇ ਬਿਲਕੁਲ ਵਿਰੁੱਧ ਸੀਗੇ। ਕਾਫੀ ਸਖਤ ਵਰਡ ਉਹਨਾਂ ਨੇ ਵਰਤਿਆ, ਪਰਮਜੀਤ ਸਿੰਘ ਪੰਜਵੜ ਐਂਡ ਮਾਨੋ ਚਾਹਲ, ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਬਹੁਤ ਵੱਡਾ ਤਬਕਾ ਯੋਧੇ ਕਹਿ ਕੇ ਬੁਲਾਉਂਦਾ, ਸੋ ਉਹਨਾਂ ਲਈ ਬਹੁਤ ਸਖਤ ਉਹਨਾਂ ਨੇ ਸ਼ਬਦ ਵਰਤੇ ਔਰ ਇੱਕ ਤਰ੍ਹਾਂ ਦੇ ਨਾਲ ਉਹ ਮਿਲੀਟੈਂਟ ਜਿਹੜੀ ਹਥਿਆਰਬੰਦ ਸਟਰਗਲ ਸੀ ਉਹਦੇ ਨਾਲ ਐਵੇਂ ਕਹਿੰਦੇ ਸੀ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ। ਇਹਦੇ ਨਾਲ ਹੀ ਜਗਜੀਤ ਸਿੰਘ ਚੌਹਾਨ, ਭਾਈ ਦਲਜੀਤ ਸਿੰਘ ਬਿੱਟੂ ਐਂਡ ਸੋਹਣ ਸਿੰਘ ਹੋਣਾ ਤੇ ਵੀ ਇਲਜ਼ਾਮ ਲਾਉਂਦੇ ਨੇ ਕਿ ਇਹ ਭਾਰਤੀ ਏਜੰਸੀਆਂ ਦੇ ਬਹੁਤ ਨੇੜੇ ਸੀ। ਜਦੋਂ ਇਹ ਪਾਕਿਸਤਾਨ ਦੇ ਵਿੱਚ ਸੀ, ਇਹਨਾਂ ਨੂੰ ਸੁਨੇਹਾ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜੇ ਸਿਮਰਨਜੀਤ ਸਿੰਘ ਮਾਨ ਵਾਲੇ ਇਲੈਕਸ਼ਨਾਂ ਦਾ ਅੱਜ ਤੱਕ ਰੌਲਾ ਪੈਂਦਾ ਹੈ ਕਿ ਉਹ ਕਿਉਂ ਬਾਈਕਾਟ ਕੀਤੇ ਗਏ, ਤਾਂ ਉਸ ਤੋਂ ਬਾਅਦ ਉਹ ਇਲੈਕਸ਼ਨ ਜਿਹੜੇ ਨੇ ਉਹ ਬਾਈਕਾਟ ਕੀਤੇ ਜਾਂਦੇ ਆ। ਉਹਨਾਂ ਦਾ ਕਹਿਣਾ ਸੀ ਕਿ ਇੰਡੀਅਨ ਏਜੰਸੀਆਂ ਨੇ, ਇੰਟੈਲੀਜੈਂਸ ਏਜੰਸੀਆਂ ਨੇ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਤੋਂ ਇਹ ਚੀਜ਼ਾਂ ਕਰਵਾਈਆਂ। ਸੋ ਜਗਜੀਤ ਸਿੰਘ ਚੌਹਾਨ ਦਾ ਜੋ ਖਾਲਿਸਤਾਨ ਸੀ ਉਹ ਸਾਫ਼ ਤੌਰ ਤੇ ਹੀ ਇੱਦਾਂ ਨਜ਼ਰ ਆਉਂਦਾ ਹੈ ਕਿ ਜਿਹੜਾ 1981-82 ਤੋਂ ਬਾਅਦ ਪੈਦਾ ਹੋਇਆ ਖਾੜਕੂ ਸੰਘਰਸ਼ ਸੀਗਾ ਉਹਦੇ ਬਿਲਕੁਲ ਹੀ ਵਿਪਰੀਤ ਸੀਗਾ। ਪਰ 10 ਸਾਲ ਤੱਕ, 10 ਤੋਂ ਵੀ 12 ਸਾਲਾਂ ਤੱਕ ਜਗਜੀਤ ਸਿੰਘ ਚੌਹਾਨ ਆਪਣਾ ਇੱਕ ਸਿੰਬੋਲਿਕ ਐਂਡ ਮਿਸਗਾਈਡਡ ਐਂਡ ਇੱਕ ਪ੍ਰੋਪਾਗੈਂਡਾ ਨਜ਼ਰ ਆਉਂਦਾ, ਕਿਉਂਕਿ ਇਹਦੇ ਪਿੱਛੇ ਇੱਕ ਥਿਊਰੀ ਭਾਰਤੀ ਇੰਟੈਲੀਜੈਂਸ ਏਜੰਸੀਆਂ ਦੀ ਹੈ, ਇੱਕ ਥਿਊਰੀ CIA ਐਂਡ ISI ਦੀ ਹੈ ਔਰ ਇਹ ਵੀ ਹੋ ਸਕਦਾ ਹੈ ਕਿ ਇਹ ਸਟਾਰਟ ਕੀਤਾ ਹੋਵੇ ਭਾਰਤੀ ਏਜੰਸੀਆਂ ਵੱਲੋਂ ਔਰ ਬਾਅਦ ਵਿੱਚ ਹਾਈਜੈਕ ਕਰ ਲਿਆ ਹੋਵੇ ਅਮਰੀਕਾ ਔਰ ਪਾਕਿਸਤਾਨ ਦੀ ਦੋਸਤੀ ਨੇ ਆਪਸ ਦੇ ਵਿੱਚ ਮਿਲ ਕੇ, ਕਿਉਂਕਿ ਅਲਟੀਮੇਟ ਗੋਲ ਵਾਜ਼ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਿਸ ਪੈਦਾ ਕਰਨੀਆਂ, ਭਾਰਤ ਦੇ ਅੰਦਰ ਡਿਸਟਰਬੈਂਸਿਸ ਪੈਦਾ ਕਰਨੀਆਂ, ਤਾਂ ਕਿ ਇੱਕ ਜਿਹੜਾ ਪ੍ਰੈਸ਼ਰ ਆ ਉਸ ਗਵਰਨਮੈਂਟ ਤੇ ਲਗਾਤਾਰ ਬਣਦਾ ਰਹੇ। ਜਗਜੀਤ ਸਿੰਘ ਚੌਹਾਨ ਤੇ ਡਬਲ ਏਜੰਟ ਹੋਣ ਦੇ ਵੀ ਦੋਸ਼ ਲੱਗਦੇ ਰਹੇ ਨੇ ਕਿ ਉਹ ISI ਐਂਡ CIA ਲਈ ਵੀ ਖੇਡ ਰਹੇ ਨੇ ਔਰ ਐਟ ਦ ਸੇਮ ਟਾਈਮ ਭਾਰਤੀ ਏਜੰਸੀਆਂ ਦੇ ਅੰਦਰ ਵੀ ਕੰਮ ਕਰਦੇ ਪਏ ਨੇ। ਸ਼ਾਇਦ ਇਹੀ ਰੀਜ਼ਨ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਬਣਾਏ ਗਏ, ਜਗਜੀਤ ਸਿੰਘ ਚੌਹਾਨ ਵੱਲੋਂ ਬਣਾਏ ਗਏ ਰਿਪਬਲਿਕ ਆਫ ਖਾਲਿਸਤਾਨ ਨੂੰ ਨਾ ਪਾਕਿਸਤਾਨ ਨੇ ਮਾਨਤਾ ਦਿੱਤੀ ਔਰ ਨਾ ਹੀ ਅਮਰੀਕਾ ਨੇ ਮਾਨਤਾ ਦਿੱਤੀ। ਇੱਕ ਬਹੁਤ ਵਧੀਆ ਮੌਕਾ ਹੋ ਸਕਦਾ ਸੀ, ਅਗਰ ਸਿੱਖ ਨੇਸ਼ਨਹੁੱਡ ਅਚੀਵ ਕਰਨੀ ਸੀ ਤਾਂ ਉਹਨੂੰ ਮਾਨਤਾ ਮਿਲਦੀ, ਪਰ ਉਹ ਸਿਰਫ ਔਰ ਸਿਰਫ ਇੱਕ ਗਿਮਿਕ ਸੀ, ਇੱਕ ਪ੍ਰੈਂਕ ਸੀਗਾ ਜਿਹਦੇ ਵਿੱਚ ਸਿੱਖਾਂ ਨੂੰ ਐਜ਼ ਏ ਟੂਲ ਵਰਤਿਆ ਗਿਆ। ਐਵੇਂ ਲੱਗਦਾ ਕਿ ਬਹੁਤ ਵੱਡੀਆਂ ਤਾਕਤਾਂ ਇਹਦੇ ਪਿੱਛੇ ਸ਼ਾਮਿਲ ਸੀ। ਜਗਜੀਤ ਸਿੰਘ ਚੌਹਾਨ ਸਾਲ 2001 ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਵਿੱਚ ਜਸਟ ਬਿਕੋਜ਼ ਉਹਨਾਂ ਦੀ ਐਮਨੈਸਟੀ ਫॉर ਐਂਟੀ ਨੈਸ਼ਨਲਸ ਜਾਂ ਐਮਨੈਸਟੀ ਫॉर ਮਿਲੀਟੈਂਟ ਸੀ, ਇਹਦੇ ਕਰਕੇ ਉਹ ਵਾਪਿਸ ਆਉਂਦੇ ਨੇ, ਮਾਫ ਕੀਤਾ ਜਾਂਦਾ ਹੈ ਉਹਨਾਂ ਨੂੰ ਇੰਡੀਆ ਦੇ ਵਿੱਚ ਬੜੇ ਆਰਾਮ ਨਾਲ ਐਂਟਰੀ ਮਿਲਦੀ ਹੈ। ਉਹਨਾਂ ਦੇ ਐਂਟੀਸੀਪੇਸ਼ਨ ਬੇਲ ਟਾਈਪ ਜਾਂ ਇੱਕ ਇੱਦਾਂ ਦੇ ਹਾਈ ਕੋਰਟ ਵੱਲੋਂ ਇੱਕ ਪਰਮਿਸ਼ਨ ਲੈ ਲਈ ਜਾਂਦੀ ਹੈ ਕਿ ਅਗਰ ਪੁਲਿਸ ਉਹਨਾਂ ਨੂੰ ਅਰੈਸਟ ਕਰੇਗੀ ਤਾਂ ਕੁਝ ਦਿਨ ਪਹਿਲਾਂ ਉਹਨਾਂ ਨੂੰ ਅਲਟੀਮੇਟਮ ਦੇਣਾ ਪਏਗਾ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 1999 ਤੋਂ ਸਾਲ 2004 ਤੱਕ ਜਿਹੜੀ ਰਹਿੰਦੀ ਹੈ ਉਹਦੇ ਵਿੱਚ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਪਾਕਿਸਤਾਨ ਦੇ ਨਾਲ ਡਿਪਲੋਮੈਟਿਕ ਰਿਲੇਸ਼ਨਸ਼ਿਪ ਜਿਹੜੇ ਆ ਉਹ ਬਣਾਏ ਜਾਣ। 1999 ਦੇ ਵਿੱਚ ਉਹ ਆਪਣੇ ਇੱਕ ਲਾਹੌਰ ਜਾਂਦੇ ਨੇ ਜਿੱਥੇ ਇੰਡੀਆ ਐਂਡ ਪਾਕਿਸਤਾਨ ਦੀ ਬੱਸ ਸਰਵਿਸ ਜਿਹੜੀ ਆ ਸ਼ੁਰੂ ਹੁੰਦੀ ਆ। ਉਹਦੇ ਵਿੱਚ ਵੀ ਡਿਪਲੋਮੈਟਿਕ ਰਿਲੇਸ਼ਨਸ਼ਿਪਸ, ਡਿਪਲੋਮੈਟਿਕ ਨੈਗੋਸ਼ੀਏਸ਼ਨ ਐਂਡ ਸੰਵਾਦ ਦੇ ਰੂਪ ਦੇ ਵਿੱਚ ਇੰਡੀਆ ਔਰ ਪਾਕਿਸਤਾਨ ਦੇ ਜਿਹੜੇ ਰਿਸ਼ਤੇ ਆ ਉਹ ਸਮੂਥ ਕਰਨ ਦੀ ਕੋਸ਼ਿਸ਼ ਹੁੰਦੀ ਆ। ਬਾਵਜੂਦ ਉਸਦੇ ਵੀ 1999 ਦੇ ਵਿੱਚ ਕਾਰਗਿਲ ਵਾਰ ਹੁੰਦੀ ਹੈ। ਉਸ ਕਾਰਗਿਲ ਵਾਰ ਤੋਂ ਬਾਅਦ ਵੀ ਅਟਲ ਬਿਹਾਰੀ ਵਾਜਪਾਈ ਆਗਰਾ ਦੇ ਵਿੱਚ ਦੁਬਾਰਾ ਕੋਸ਼ਿਸ਼ ਕਰਦੇ ਨੇ ਉੱਥੋਂ ਦੇ ਪ੍ਰੈਜ਼ੀਡੈਂਟ ਨੂੰ ਬੁਲਾ ਕੇ ਕਿ ਜਿਹੜੇ ਪਾਕਿਸਤਾਨ ਔਰ ਇੰਡੀਆ ਦੇ ਰਿਸ਼ਤੇ ਨੇ ਉਹਨਾਂ ਨੂੰ ਆਪਸ ਦੇ ਵਿੱਚ ਸਮੂਥ ਬਣਾਇਆ ਜਾ ਸਕੇ। ਔਰ ਉਸ ਤੋਂ ਬਾਅਦ ਫਿਰ 2001 ਦੇ ਵਿੱਚ ਇੰਡੀਅਨ ਪਾਰਲੀਮੈਂਟ ਤੇ ਅਟੈਕ ਹੁੰਦਾ ਹੈ। ਪਰ ਅਟਲ ਬਿਹਾਰੀ ਵਾਜਪਾਈ ਦੀ ਜਿਹੜੀ ਅਪਰੋਚ ਸੀ ਪਾਕਿਸਤਾਨ ਦੇ ਲਈ ਉਹ ਬਹੁਤ ਹੀ ਸਟਲ ਅਪਰੋਚ ਸੀ, ਜਿਹਦੇ ਵਿੱਚ ਉਹ ਰਿਸ਼ਤਿਆਂ ਦੇ ਵਿੱਚ ਸੁਧਾਰ ਲਿਆਉਣਾ ਚਾਹੁੰਦੀ ਸੀ ਔਰ ਗੱਲਬਾਤ ਦੇ ਨਾਲ ਮਸਲੇ ਸੁਲਝਾਉਣ ਦੀ ਅੱਗੇ ਪ੍ਰੋਪਰ ਜਿਹੜੀ ਆ ਉਹ ਗੱਲ ਰੱਖਣਾ ਚਾਹੁੰਦੀ ਸੀ। ਔਰ ਉਦੋਂ ਹੀ ਜਿਹੜਾ ਸੀਜ਼ ਫਾਇਰ ਵਾਲੀਆਂ ਸਾਰੀਆਂ ਐਗਰੀਮੈਂਟਸ ਹੁੰਦੇ ਨੇ ਔਰ ਉਹੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਜਦੋਂ ਜਗਜੀਤ ਸਿੰਘ ਚੌਹਾਨ ਇੰਡੀਆ ਆਉਂਦੇ ਨੇ। ਜਗਜੀਤ ਸਿੰਘ ਚੌਹਾਨ ਰਾਸ਼ਟਰਪਤੀ ਆਫ ਖਾਲਿਸਤਾਨ ਆਪਣੇ ਵਤਨ ਵਾਪਿਸ ਇੰਡੀਆ ਦੇ ਵਿੱਚ ਪਰਤਦੇ ਨੇ। ਸਵਾਗਤ ਕੀਤਾ ਜਾਂਦਾ ਉਹਨਾਂ ਦਾ ਔਰ 2007 ਦੇ ਵਿੱਚ ਜਗਜੀਤ ਸਿੰਘ ਚੌਹਾਨ ਦੀ
ਮੌਤ ਹੁੰਦੀ ਹੈ। ਸੋ ਇਹ ਸੀ ਸਟੋਰੀ ਇੱਕ ਉਸ ਖਾਲਿਸਤਾਨ ਦੀ ਜਿਹੜਾ ਬਾਕਾਇਦਾ ਬੜੇ ਸਟੰਟ ਮਾਰ ਕੇ ਔਰ ਸਿੰਬੋਲਿਕਲੀ ਬੜਾ ਐਂਟਰਟੇਨਿੰਗ ਜਿਹਾ ਕਨਸੈਪਟ ਜਿਹੜਾ ਆ ਉਹ ਬਣਾਇਆ ਗਿਆ। ਔਰ ਲਾਜ਼ਮੀ ਤੌਰ ਤੇ ਜਗਜੀਤ ਸਿੰਘ ਚੌਹਾਨ ਨੂੰ ਵੀ ਬੜੀ ਗੁੱਡ ਫੀਲਿੰਗ ਆਉਂਦੀ ਹੋਏਗੀ, ਕਿਉਂਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆਫ ਅਮਰੀਕਾ ਐਂਡ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਸ ਹੋਣੀਆਂ। ਪਾਕਿਸਤਾਨ ਦੇ ਕਈ ਵਾਰੀ ਇਲਜ਼ਾਮ ਭਾਰਤ ਦੀ ਸਰਕਾਰ ਤੇ ਲੱਗੇ ਨੇ ਕਿ ਉਹ ਕਾਬੁਲ ਦਾ ਜਿਹੜਾ ਪੁਰਾਣਾ ਰਜੀਮ ਸੀ ਤਾਲਿਬਾਨ ਤੋਂ ਪਹਿਲਾਂ ਦਾ, ਉਹਨਾਂ ਦੇ ਨਾਲ ਮਿਲ ਕੇ ਬਲੂਚਿਸਤਾਨ ਦੇ ਵਿੱਚ ਡਿਸਟਰਬੈਂਸਿਸ ਕ੍ਰੀਏਟ ਕਰਦੇ ਨੇ, ਪਾਕਿਸਤਾਨ ਦੇ ਸਾਊਦਰਨ ਵੈਸਟਰਨ ਬਾਰਡਰ ਦੇ ਉੱਤੇ ਵਾਇਲੈਂਸ ਨੂੰ ਪ੍ਰਮੋਟ ਕਰ ਰਹੇ ਨੇ। ਸੋ ਇਹ ਇਹਨਾਂ ਦੋਨਾਂ ਦੇਸ਼ਾਂ ਦਾ ਆਪਸ ਦੇ ਵਿੱਚ ਹੋਰ ਵੀ ਕਈ ਮਸਲਿਆਂ ਦੇ ਉੱਤੇ ਇੱਕ ਆਪਸ ਦੇ ਵਿੱਚ ਚੱਲਦਾ ਰਹਿੰਦਾ ਹੈ। ਲੇਕਿਨ ਜਗਜੀਤ ਸਿੰਘ ਚੌਹਾਨ ਵਾਲਾ ਜਿਹੜਾ ਖਾਲਿਸਤਾਨ ਹੈ 1970 ਦੇ ਵਿੱਚ ਇੱਕ ਤਰ੍ਹਾਂ ਨਾਲ ਸਟਾਰਟ ਕਰਦੇ ਨੇ ਨਿਊਯਾਰਕ ਟਾਈਮਸ ਦੇ ਵਿੱਚ ਐਡਵਰਟੀਜ਼ਮੈਂਟ ਦੇ ਕੇ, ਔਰ ਉਸ ਤੋਂ ਬਾਅਦ 1982-83 ਤੱਕ ਉਹ ਆਪਣਾ ਕੰਮ ਕਰਦੇ ਨੇ ਇੱਕ ਤਰ੍ਹਾਂ ਦੇ ਨਾਲ, ਜਿੰਨੇ ਵੀ ਸਟੰਟ ਖੇਡ ਸਕਦੇ ਸੀਗੇ। ਪਰ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਉਦੋਂ ਉਹ ਕੁਝ ਸਮੇਂ ਲਈ ਗਾਇਬ ਹੋ ਜਾਂਦੇ ਨੇ। ਉਸ ਤੋਂ ਬਾਅਦ 2007 ਦੇ ਵਿੱਚ ਇੰਡੀਆ ਆਉਂਦੇ ਨੇ, ਪਰ ਐਵੇਂ ਲੱਗਦਾ ਹੈ ਕਿ ਜਗਜੀਤ ਸਿੰਘ ਚੌਹਾਨ ਵਰਤੇ ਗਏ, ਉਹਨਾਂ ਨੂੰ ਇੱਕ ਟੂਲ ਬਣਾ ਕੇ ਵਰਤਿਆ ਗਿਆ, ਔਰ ਉਹਨਾਂ ਵੱਲੋਂ ਜੋ ਖਾਲਿਸਤਾਨ ਦਾ ਕਨਸੈਪਟ ਉਭਾਰਿਆ ਗਿਆ ਜਿਹੜਾ ਉਸ ਸਮੇਂ 1970 ਦੇ ਸਮੇਂ ਕਿਤੇ ਪੰਜਾਬ ਦੀ ਹਵਾ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਇਹ ਕਨਸੈਪਟ ਨਹੀਂ ਸੀਗਾ। ਇਹਨੂੰ ਜਾਣਬੁੱਝ ਕੇ ਉਭਾਰਿਆ ਗਿਆ, ਔਰ ਜਿਹੜੇ ਸਿੱਖ ਇਸ਼ੂ ਸੀ ਜਾਂ ਪੰਜਾਬ ਸੀ ਉਸ ਪੰਜਾਬ ਨੂੰ ਵਰਤਿਆ ਗਿਆ। ਜਗਜੀਤ ਸਿੰਘ ਚੌਹਾਨ ਦਾ ਜਿਹੜਾ ਖਾਲਿਸਤਾਨ ਸੀ ਉਹ ਬਾਅਦ ਵਿੱਚ ਜਿਹੜੀ ਖਾੜਕੂ ਲਹਿਰ ਜਿਹੜੀ ਆਉਂਦੀ ਹੈ ਜੋ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ, ਔਰ ਉਸ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਆਉਂਦਾ, ਔਰ ਉਸ ਤੋਂ ਬਾਅਦ ਇਹ ਖਾੜਕੂ ਲਹਿਰ ਸ਼ੁਰੂ ਹੁੰਦੀ ਆ, ਉਹ ਅਲੱਗ ਸੀ। ਸੋ ਇਹਨਾਂ ਦੋਨਾਂ ਨੂੰ ਤੁਸੀਂ ਕਲੱਬ ਕਰਕੇ ਨਹੀਂ ਦੇਖ ਸਕਦੇ ਹੋ। ਮੇਰੀ ਰਿਕੁਐਸਟ ਵੀ ਹੈ ਤੁਹਾਨੂੰ ਕਿ ਜਗਜੀਤ ਸਿੰਘ ਚੌਹਾਨ ਦਾ ਜਿਹੜਾ ਖਾਲਿਸਤਾਨ ਸੀ ਉਹ ਟੋਟਲੀ ਇੱਕ ਡਿਫਰੈਂਟ ਕਨਸੈਪਟ ਸੀ, ਉਹਨੂੰ ਇਹਦੇ ਵਿੱਚ ਮਰਜ ਕਰਕੇ ਨਾ ਦੇਖਿਆ ਜਾਵੇ। ਜਿਹੜੀ ਪਿਛਲੀ ਵੀਡੀਓ ਉਹਦੇ ਵਿੱਚ ਵੀ ਮੈਂ ਦੇਖਿਆ ਕਿ ਕਈ ਲੋਕਾਂ ਦੇ ਕਮੈਂਟ ਇਸ ਤਰ੍ਹਾਂ ਆਉਂਦੇ ਨੇ ਜਿਵੇਂ ਉਹ ਕਨਫਿਊਜ਼ ਹੋ ਕੇ ਦੋਨਾਂ ਨੂੰ ਮਿਕਸ ਕਰਦੇ ਨੇ। ਇਹ ਸਿਰਫ ਜਗਜੀਤ ਸਿੰਘ ਚੌਹਾਨ ਵਾਲਾ ਰਿਪਬਲਿਕ ਆਫ ਖਾਲਿਸਤਾਨ ਸੀ, ਜਿਹਦੇ ਵਿੱਚੋਂ ਕੀ ਅਚੀਵ ਕੀਤਾ ਆਪਾਂ ਕਿ ਐਕਵਾਡੋਰ ਵਰਗੀਆਂ ਕੰਟਰੀਜ਼ ਨੇ ਸਿੱਖਾਂ ਤੇ ਬੈਨ ਲਗਾ ਦਿੱਤਾ। ਇਹ ਵੀਡੀਓਜ਼ ਮੈਂ ਸਿਰਫ ਔਰ ਸਿਰਫ ਜਾਣਕਾਰੀ ਦੇਣ ਦੇ ਲਈ, ਇਨਫੋਰਮੇਸ਼ਨ ਦੇਣ ਦੇ ਲਈ, ਨੌਲੇਜ ਦੇਣ ਦੇ ਲਈ ਬਣਾ ਰਹੀ ਹਾਂ। ਇਹਦੇ ਵਿੱਚੋਂ ਤੁਸੀਂ ਆਪ ਡਿਸਾਈਡ ਕਰੋਗੇ ਕਿ ਕਿਹੜਾ ਪੱਖ ਸਹੀ ਹੈ, ਕਿਹੜਾ ਪੱਖ ਗਲਤ ਹੈ। ਜਿਹੜੀ ਵੀ ਮੈਂ ਇਹਦੇ ਵਿੱਚ ਤੱਥ ਦਿੰਨੀ ਆ ਉਹ ਜਿਹੜੇ ਤੱਥ ਨੇ ਉਹ ਰਿਕਾਰਡਡ ਫੈਕਟ ਨੇ। ਆਪਰੇਸ਼ਨ ਸ਼ਾਂਤੀ ਦੀ ਵੀ ਚਰਚਾ ਆਉਂਦੀ ਹੈ, ਉਹਨੂੰ ਬਾਅਦ ਵਿੱਚ ਕਿਸੇ ਹੋਰ ਵੀਡੀਓ ਲਈ ਆਪਾਂ ਹਿੱਸਾ ਰੱਖਾਂਗੇ, ਕਿਉਂਕਿ ਉਹਦੇ ਤੇ ਮੇਰੀ ਰਿਸਰਚ ਜਿਹੜੀ ਉਹ ਕੰਪਲੀਟ ਨਹੀਂ ਹੋ ਪਾਈ ਹੈਗੀ। ਔਰ ਮੇਰੀਆਂ ਇਹ ਵੀਡੀਓਜ਼ ਜਿਹੜੀਆਂ ਨੇ ਇੱਕ ਮੇਰੀ ਜੋ ਸੀਰੀਜ਼ ਸ਼ੁਰੂ ਤੋਂ ਮੇਰੇ ਚੈਨਲ ਤੇ ਚੱਲਦੀ ਆ ਰਹੀ ਹੈ, ਜਿਹਦੇ ਵਿੱਚ ਮੈਂ ਪੰਜਾਬ ਦੇ ਪੋਲੀਟੀਕਲ ਹਾਲਾਤਾਂ ਨੂੰ, ਪੰਜਾਬ ਦੇ ਪੋਲੀਟੀਕਲ ਇਤਿਹਾਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਕੀ ਕੀ ਵਾਪਰਿਆ ਜਾਂ ਸਾਡੇ ਨਾਲ ਪੰਜਾਬੀਆਂ ਦੇ ਨਾਲ ਕੀ ਕੁਝ ਹੋਇਆ, ਉਹ ਸਾਰੀ ਚੀਜ਼ ਨੂੰ ਮੈਂ ਕਵਰ ਕਰ ਰਹੀ ਹਾਂ। ਔਰ ਹੁਣ ਆਪਾਂ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਵੀ ਕਰ ਚੁੱਕੇ ਹਾਂ, ਔਰ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਦੇ ਨਾਲ ਹੀ ਜਿਹੜਾ ਜਗਜੀਤ ਸਿੰਘ ਚੌਹਾਨ ਦਾ ਖਾਲਿਸਤਾਨ ਦਾ ਨੈਰੇਟਿਵ ਉੱਭਰਦਾ ਹੈ ਉਹਨੂੰ ਆਪਾਂ ਕਵਰ ਕੀਤਾ ਇਹਨਾਂ ਦੋ ਵੀਡੀਓਜ਼ ਦੇ ਵਿੱਚ। ਔਰ ਇਸ ਤੋਂ ਅੱਗੇ ਦੀਆਂ ਡਿਵੈਲਪਮੈਂਟਸ ਜਿਹੜੀਆਂ ਨੇ ਮੈਂ ਉਹ ਵੀ ਅਗਲੀਆਂ ਵੀਡੀਓਜ਼ ਦੇ ਵਿੱਚ ਲੈ ਕੇ ਆਵਾਂਗੀ। ਥੈਂਕ ਯੂ ਸੋ ਮਚ ਫॉर ਵਾਚਿੰਗ।